ਯੈਸ ਗੁੱਡ ਮਾਰਨਿੰਗ ਸਟੂਡੈਂਟਸ। ਆਪਾਂ ਸਟਾਰਟ ਕਰਨ ਲੱਗੇ ਹੈਗੇ ਆ ਐਕਸਰਸਾਈਜ਼ 3.1 ਜਿਹੜੀ ਕਿ ਡਾਟਾ ਹੈਂਡਲਿੰਗ ਚੈਪਟਰ ਦੀ ਪਹਿਲੀ ਐਕਸਰਸਾਈਜ਼ ਹੈਗੀ ਆ। ਇਹਦੇ ਵਿੱਚ ਆਪਾਂ ਕਰਨਾ ਕੀ ਹੈਗਾ ਆ, ਮੇਨ ਆਪਣਾ ਕੰਮ ਹੈਗਾ ਆ ਅਰਥਮੈਟਿਕ ਮੀਨ ਆਪਾਂ ਨੂੰ ਫਾਈਂਡ ਕਰਨਾ ਸਿਖਾਉਂਦੀ ਆ ਇਹ ਐਕਸਰਸਾਈਜ਼। ਔਰ ਆਪਾਂ ਇਹ ਕਿੱਦਾਂ ਕਰਨਾ ਹੈਗਾ ਕੈਲਕੂਲੇਟ। ਆਪਾਂ ਸਟਾਰਟ ਕਰਦੇ ਹੈਗੇ ਪਹਿਲੇ ਕੁਐਸਚਨ ਤੋਂ। ਪਹਿਲੇ ਕੁਐਸਚਨ ਦੇ ਵਿੱਚ ਜੋ ਆਪਾਂ ਨੂੰ ਗਿਵਨ ਹੈਗਾ ਆ ਉਹ ਹੈਗਾ ਰੇਂਜ ਦੇ ਬਾਰੇ ਗੱਲ ਕੀਤੀ ਆ। ਫਾਈਂਡ ਦਾ ਰੇਂਜ ਆਫ ਹਾਈਟਸ ਆਫ ਐਨੀ 10 ਸਟੂਡੈਂਟਸ ਆਫ ਯੂਅਰ ਕਲਾਸ। ਇਹ ਤੁਹਾਡਾ ਐਕਟੀਵਿਟੀ ਬੇਸਡ ਕੁਐਸਚਨ ਆ। ਜਦੋਂ ਤੁਸੀਂ ਸਕੂਲ ਆਓਗੇ ਤਾਂ ਤੁਸੀਂ ਉਸ ਵੇਲੇ ਚੈੱਕ ਕਰ ਸਕਦੇ ਹੈਗੇ ਆ ਕਿ ਤੁਹਾਡੇ ਸਕੂਲ ਦੇ ਵਿੱਚ ਜਾਂ ਤੁਹਾਡੀ ਕਲਾਸ ਦੇ ਵਿੱਚ 10 ਸਟੂਡੈਂਟਸ ਤੁਸੀਂ ਉਹਨਾਂ ਨੂੰ ਆਪਣੇ ਸਾਹਮਣੇ ਰੱਖ ਕੇ ਕਿ ਸਭ ਤੋਂ ਜ਼ਿਆਦਾ ਹਾਈਟ ਕਿਹਦੀ ਹੈਗੀ ਆ ਅਤੇ ਸਭ ਤੋਂ ਲੋਐਸਟ ਹਾਈਟ ਕਿਹਦੀ ਹੈਗੀ ਆ। ਜਦੋਂ ਆਪਾਂ ਹਾਈਐਸਟ ਐਂਟਰੀ ਮਾਈਨਸ ਲੋਐਸਟ ਐਂਟਰੀ ਕਰ ਦਿੰਦੇ ਹੁੰਦੇ ਹਾਂ ਤਾਂ ਆਪਣੀ ਉਸ ਵੇਲੇ ਰੇਂਜ ਕੈਲਕੂਲੇਟ ਹੋ ਜਾਂਦੀ ਹੁੰਦੀ ਹੈ। ਇਹ ਤੁਹਾਡੀ ਐਕਟੀਵਿਟੀ ਹੈ ਜਿਹੜੀ ਤੁਸੀਂ ਆਪਣੇ ਬੇਸ ਦੇ ਉੱਪਰ ਹੀ ਕਰ ਸਕਦੇ ਹੈਗੇ ਆ। ਸੋ ਫਸਟ ਕੁਐਸਚਨ ਦਾ ਆਨਸਰ ਜਿਹੜਾ ਹੈਗਾ ਆ, ਰੇਂਜ ਆਪਾਂ ਕੈਲਕੂਲੇਟ ਕਰਨੀ ਆ ਹਾਈਐਸਟ ਐਂਟਰੀ ਮਾਈਨਸ ਲੋਐਸਟ ਐਂਟਰੀ। ਇਹ ਦਾ ਫਾਰਮੂਲਾ ਹੁੰਦਾ ਹੈ ਜਾਂ ਹਾਈਐਸਟ ਆਬਜ਼ਰਵੇਸ਼ਨ ਮਾਈਨਸ ਲੋਐਸਟ ਆਬਜ਼ਰਵੇਸ਼ਨ। ਤੁਸੀਂ ਆਪਣੀ ਕਲਾਸ ਦੀ ਰੇਂਜ ਕੈਲਕੂਲੇਟ ਕਰਨੀ ਆ ਹਾਈਟ ਦੀ, ਅਤੇ ਤੁਸੀਂ ਆਪਣੇ ਆਪ ਕਰ ਸਕਦੇ ਹੈਗੇ ਆ। ਕਰਨਾ ਉਹਦੇ ਲਈ ਇਹੀ ਹੈਗਾ ਆ ਕਿ ਪਹਿਲਾਂ ਸਭ ਤੋਂ ਜ਼ਿਆਦਾ ਤੁਸੀਂ ਤੁਹਾਡੀ ਕਲਾਸ ਜਿਹੜਾ ਸਭ ਤੋਂ ਲੰਬੀ ਹਾਈਟ ਵਾਲਾ ਬੱਚਾ ਹੋਏਗਾ ਉਹਦੀ ਆਬਜ਼ਰਵੇਸ਼ਨ ਨੋਟ ਕਰਕੇ, ਲੋਐਸਟ ਆਬਜ਼ਰਵੇਸ਼ਨ ਨੋਟ ਕਰਕੇ ਉਹਨਾਂ ਨੂੰ ਮਾਈਨਸ ਕਰ ਦੇਣਾ। ਉਹ ਤੁਹਾਡੀ ਰੇਂਜ ਨਿਕਲ ਆਉਣੀ ਆ ਕਲਾਸ ਦੀ ਹਾਈਟ ਦੀ, ਸਟੂਡੈਂਟਸ ਦੀ। ਸੈਕੰਡ ਕੁਐਸਚਨ ਦੇ ਉੱਪਰ ਆਪਾਂ ਆਉਂਦੇ ਹਾਂ ਡਾਇਰੈਕਟਲੀ। ਔਰਗਨਾਈਜ਼ ਦਾ ਫੋਲੋਇੰਗ ਮਾਰਕਸ ਇਨ ਏ ਕਲਾਸ ਅਸੈਸਮੈਂਟ ਇਨ ਏ ਟੇਬਲਰ ਫਾਰਮ। ਟੇਬਲਰ ਫਾਰਮ ਬਣਾਉਣ ਦੇ ਨਾਲ ਆਪਣਾ ਐਜ਼ ਸੱਚ ਕੁਐਸਚਨ ਦੇ ਉੱਪਰ ਕੋਈ ਫਰਕ ਨਹੀਂ ਪੈਂਦਾ ਹੈਗਾ। ਇਹ ਤੁਹਾਡੀ ਆਪਸ਼ਨਲ ਹੈਗੀ ਆ ਕਿ ਤੁਸੀਂ ਟੇਬਲ ਦੇ ਵਿੱਚ ਇਸ ਡੇਟਾ ਨੂੰ ਬਣਾਉਣਾ ਆ ਤਾਂ ਉਹ ਕਿੱਦਾਂ ਕਰਨਾ ਹੈਗਾ। ਉਹ ਕਰਨ ਦੇ ਲਈ ਹੈਗਾ ਕਿ ਤੁਸੀਂ ਸਾਰੀਆਂ ਐਂਟਰੀਜ਼ 1 ਤੋਂ ਲੈ ਕੇ 9 ਤੱਕ ਇੱਕ ਸਾਈਡ 'ਤੇ ਲਿਖ ਲਓ। ਫਿਰ ਉਹ 1 ਕਿੰਨੇ ਟਾਈਮਸ ਆਉਂਦਾ ਹੈਗਾ, ਟੈਲੀ ਮਾਰਕਸ ਜਿੱਦਾਂ ਬਣਾਈਦਾ ਫਿਰ ਉਹਦੀ ਫ੍ਰੀਕੁਐਂਸੀ ਬਣਾਈ ਦੀ ਹੈਗੀ, ਉੱਦਾਂ ਤੁਸੀਂ ਬਣਾ ਸਕਦੇ ਹੋ। ਉਹ ਇਹਨਾਂ ਨੇ ਗੱਲ ਕੀਤੀ ਆ ਕਿ ਤੁਸੀਂ ਟੇਬਲਰ ਫਾਰਮ ਦੇ ਵਿੱਚ ਬਣਾਓ। ਇਹ ਤੁਹਾਡੀ ਆਪਣੇ ਉੱਪਰ ਡਿਪੈਂਡ ਕਰਦਾ ਕਿ ਤੁਸੀਂ ਇਹ ਬਣਾ ਸਕਦੇ ਹੈਗੇ ਆ। ਠੀਕ ਆ, ਆਪਾਂ ਕੁਐਸਚਨ ਨੂੰ ਅੱਗੇ ਲੈ ਕੇ ਚੱਲਦੇ ਹੈਗੇ ਆ। ਕਰਨਾ ਕੀ ਹੈਗਾ, ਔਰਗਨਾਈਜ਼ ਦਾ ਫੋਲੋਇੰਗ ਮਾਰਕਸ ਇਨ ਏ ਕਲਾਸ ਅਸੈਸਮੈਂਟ। ਤੁਹਾਨੂੰ ਜਦੋਂ ਵੀ ਇੱਦਾਂ ਦਾ ਡੇਟਾ ਦਿੱਤਾ ਗਿਆ ਹੋਣਾ ਹੈ ਜਿਹੜਾ ਕਿ ਜਿਹਦੀ ਕੋਈ ਵੀ ਤੁਹਾਨੂੰ ਪ੍ਰੋਪਰ ਨਹੀਂ ਫੋਲੋ ਕਰ ਪਾ ਰਹੇ ਵੀ ਕਿੱਦਾਂ ਹੈਗਾ ਡੇਟਾ, ਤੁਸੀਂ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਅਸੈਂਡਿੰਗ ਆਰਡਰ 'ਚ ਲਿਖਣਾ ਸ਼ੁਰੂ ਕਰਨਾ ਹੈਗਾ ਲਾਈਕ ਦਿਸ। ਅਰੇਂਜ ਦਾ ਡੇਟਾ ਇਨ ਅਸੈਂਡਿੰਗ ਆਰਡਰ। ਆਪਾਂ ਸਾਰੇ ਡੇਟਾ ਨੂੰ ਅਸੈਂਡਿੰਗ ਆਰਡਰ 'ਚ ਲਿਖਦੇ ਆ। ਪਹਿਲਾਂ 1 ਆ ਗਿਆ, 2 ਜਿਹੜਾ 2 ਟਾਈਮਸ ਆਉਂਦਾ ਆ, 3 ਸਿੰਗਲ ਟਾਈਮ ਆਉਂਦਾ ਆ, 4 3 ਟਾਈਮਸ ਆਉਂਦਾ ਆ, 5 ਟਾਈਮਸ ਆਉਂਦਾ ਆ, 6 4 ਟਾਈਮਸ ਆਉਂਦਾ ਹੈਗਾ ਆ, 7 2 ਟਾਈਮਸ ਆਉਂਦਾ ਆ, ਅਤੇ 8 ਦੈਨ 9। ਤਾਂ ਆਪਣੇ ਕੋਲ ਉਹਨਾਂ ਨੇ ਫਸਟ ਕੁਐਸਚਨ 'ਚ ਪੁੱਛਿਆ ਕਿ ਵਿਚ ਨੰਬਰ ਇਜ਼ ਦਾ ਹਾਈਐਸਟ, ਕਿ ਹਾਈਐਸਟ ਨੰਬਰ ਕਿਹੜਾ ਹੈਗਾ, ਤਾਂ ਹਾਈਐਸਟ ਨੰਬਰ ਇਜ਼ 9। ਲੋਐਸਟ ਨੰਬਰ ਸੈਕੰਡ ਪਾਰਟ 'ਚ ਪੁੱਛਿਆ ਕਿ ਕਿਹੜਾ ਆ, ਲੋਐਸਟ ਨੰਬਰ ਇਜ਼ 1। ਥਰਡ ਪਾਰਟ 'ਚ ਆਪਣੇ ਕੋਲ ਰੇਂਜ ਕੈਲਕੂਲੇਟ ਕਰਨ ਲਈ ਕਿਹਾ ਆ, ਉਹ ਹੈਗੀ ਆ ਹਾਈਐਸਟ ਨੰਬਰ ਮਾਈਨਸ ਲੋਐਸਟ ਨੰਬਰ। 9 - 1 ਇਜ਼ ਇਕੁਅਲ ਟੂ 8। ਫਿਰ ਉਹਨਾਂ ਨੇ ਆਪਾਂ ਨੂੰ ਫੋਰਥ ਪਾਰਟ 'ਚ ਪੁੱਛਿਆ ਕਿ ਅਰਥਮੈਟਿਕ ਮੀਨ ਕੈਲਕੂਲੇਟ ਕਰੋ। ਤਾਂ ਅਰਥਮੈਟਿਕ ਮੀਨ ਜਿਹੜਾ ਹੁੰਦਾ ਆ ਉਹਦਾ ਫਾਰਮੂਲਾ ਤੁਸੀਂ ਹਰੇਕ ਕੁਐਸਚਨ 'ਚ ਮੈਂ ਤੁਹਾਨੂੰ ਲਿਖ ਕੇ ਦਿੱਤਾ ਆ, ਔਰ ਤੁਸੀਂ ਵੀ ਫਾਰਮੂਲਾ ਲਿਖਣਾ ਆ। ਇਟ ਇਜ਼ ਇਕੁਅਲ ਟੂ ਸਮ ਆਫ ਆਲ ਆਬਜ਼ਰਵੇਸ਼ਨਸ ਓਵਰ ਟੋਟਲ ਨੰਬਰ ਆਫ ਆਬਜ਼ਰਵੇਸ਼ਨਸ। ਜਿਹੜੀਆਂ ਤੁਹਾਡੀਆਂ ਸਾਰੀਆਂ ਆਬਜ਼ਰਵੇਸ਼ਨਸ ਸੀਗੀਆਂ ਉਹਨਾਂ ਨੂੰ ਤੁਸੀਂ ਪਲੱਸ ਪਾ ਕੇ ਲਿਖ ਦੇਣਾ ਸਾਰੀਆਂ ਐਂਟਰੀਜ਼ ਨੂੰ। ਔਰ ਫਿਰ ਉਹ ਆਬਜ਼ਰਵੇਸ਼ਨਸ ਕਿੰਨੀਆਂ ਹੈਗੀਆਂ ਤਾਂ ਤੁਸੀਂ ਜੇ ਉਹਨਾਂ ਨੂੰ ਕਾਊਂਟ ਕਰੋਗੇ ਤਾਂ ਇਹ ਤੁਹਾਡੇ ਕੋਲ ਆਬਜ਼ਰਵੇਸ਼ਨਸ 20 ਆਊਗੀਆਂ। ਜਦੋਂ ਤੁਸੀਂ ਉੱਪਰ ਸਮ ਕਰ ਦਿੱਤਾ ਆਬਜ਼ਰਵੇਸ਼ਨਸ ਦਾ, ਇਹ ਤੁਹਾਡੇ ਕੋਲ 100 ਆ ਗਿਆ। 100 ਨੂੰ 20 ਨਾਲ ਡਿਵਾਈਡ ਕੀਤਾ ਤਾਂ ਆਪਣੇ ਕੋਲ 5 ਆ ਗਿਆ। 5 ਇਜ਼ ਦਾ ਅਰਥਮੈਟਿਕ ਮੀਨ। ਇਸ ਚੈਪਟਰ ਦੇ ਵਿੱਚ ਸੈਂਟਰਲ ਆਈਡੀਆ ਆਪਣਾ ਅਰਥਮੈਟਿਕ ਮੀਨ ਹੈ। ਆਪਾਂ ਨੂੰ ਅਰਥਮੈਟਿਕ ਮੀਨ ਕੈਲਕੂਲੇਟ ਕਰਨਾ ਆਉਣਾ ਚਾਹੀਦਾ ਹੈਗਾ। ਨੈਕਸਟ ਥਰਡ ਕੁਐਸਚਨ ਹੈਗਾ ਆ, ਫਾਈਂਡ ਦਾ ਮੀਨ ਆਫ ਫਸਟ 5 ਹੋਲ ਨੰਬਰਸ। ਫਸਟ 5 ਹੋਲ ਨੰਬਰਸ ਜਿਹੜੇ ਸਟਾਰਟ ਕਿੱਥੋਂ ਹੁੰਦੇ ਹੈਗੇ ਆ, 0 ਤੋਂ ਸਟਾਰਟ ਹੁੰਦੇ ਆ। 0 1 2 3 4। ਇਹ ਆਪਣੇ ਕੋਲ ਪਹਿਲੇ 5 ਰੈਸ਼ਨਲ ਨੰਬਰਸ ਹੋਲ ਨੰਬਰਸ ਹੋ ਗਏ। 1 2 3 4 5 ਇਨਕਲੂਡਿੰਗ 0। ਤਾਂ ਇਹਦਾ ਮੀਨ ਕੈਲਕੂਲੇਟ ਕਰਨਾ ਆਪਾਂ ਸਮ ਆਫ ਆਬਜ਼ਰਵੇਸ਼ਨਸ ਓਵਰ ਟੋਟਲ ਨੰਬਰ ਆਫ ਆਬਜ਼ਰਵੇਸ਼ਨਸ। ਆਪਾਂ ਇਹਨਾਂ ਦੇ ਵਿੱਚ ਪਲੱਸ ਪਾ ਕੇ ਲਿਖ ਦਿੱਤਾ 0 + 1 + 2 + 3 + 4 ਓਵਰ 5। ਜਦੋਂ ਆਪਾਂ ਇਹਨਾਂ ਨੂੰ ਐਡ ਕੀਤਾ ਆਪਣੇ ਕੋਲ ਆ ਗਿਆ 10 ਓਵਰ 5 ਵਿਚ ਇਜ਼ ਇਕੁਅਲ ਟੂ 2। ਇਹਦਾ ਮੀਨ ਆ ਗਿਆ। ਨੈਕਸਟ ਕੁਐਸਚਨ ਨੰਬਰ 4 ਹੈਗਾ ਹੈ, ਇਹ ਕ੍ਰਿਕਟਰ ਸਕੋਰਸ ਦਾ ਫੋਲੋਇੰਗ ਰਨਸ ਇਨ 8 ਇਨਿੰਗਸ। ਮੈਂ ਇਹ ਸਟੇਟਮੈਂਟ ਬੁੱਕ ਤੋਂ ਦੇਖ ਕੇ ਬੋਲ ਰਿਹਾ ਹਾਂ। ਅਤੇ ਆਪਾਂ ਨੂੰ ਡੇਟਾ ਦਿੱਤਾ ਹੋਇਆ ਹੈ, ਤੁਹਾਨੂੰ ਪਹਿਲਾਂ ਦੱਸਿਆ ਗਿਆ ਹੈ ਕਿ ਡੇਟਾ ਨੂੰ ਅਸੈਂਡਿੰਗ ਆਰਡਰ 'ਚ ਤੁਸੀਂ ਲਿਖਣਾ ਹੈਗਾ। ਆਪਾਂ ਡੇਟਾ ਨੂੰ ਅਸੈਂਡਿੰਗ ਆਰਡਰ 'ਚ ਲਿਖਦੇ ਹੈਗੇ ਆ। ਅਸੈਂਡਿੰਗ ਆਰਡਰ ਦਾ ਮੀਨਿੰਗ ਸਭ ਤੋਂ ਪਹਿਲਾਂ ਛੋਟੀ ਰਕਮ, ਉਦੋਂ ਬਾਅਦ ਫਿਰ ਵੱਡੀਆਂ ਰਕਮਾਂ ਆਉਂਦੀਆਂ ਜਾਊਗੀਆਂ। 0 35 40 45 46 58 76 100। ਅਤੇ ਆਪਣੇ ਕੋਲ ਮੀਨ ਕੀ ਆ ਗਿਆ, ਮੀਨ ਦਾ ਫਾਰਮੂਲਾ ਸਮ ਆਫ ਆਬਜ਼ਰਵੇਸ਼ਨਸ ਓਵਰ ਟੋਟਲ ਨੰਬਰ ਆਫ ਆਬਜ਼ਰਵੇਸ਼ਨਸ। ਫਿਰ ਆਪਾਂ ਐਂਟਰੀਜ਼ ਦੇ ਵਿੱਚ ਪਲੱਸ ਪਾ ਕੇ ਲਿਖ ਦਿੱਤਾ ਸਾਰੀ ਐਂਟਰੀਜ਼ ਦੇ ਵਿੱਚ। 0 + 35 + 40 + 45 + 46 + 58 + 76 + 100 ਓਵਰ 8। ਜਦੋਂ ਟੋਟਲ ਕੀਤਾ ਆਪਣੇ ਕੋਲ ਆ ਗਿਆ 400 ਓਵਰ 8 ਇਜ਼ ਇਕੁਅਲ ਟੂ 50। ਜਿਹੜਾ ਇਹਦਾ ਮੀਨ ਨਿਕਲ ਕੇ ਆ ਗਿਆ। ਨੈਕਸਟ ਆਪਣੇ ਕੋਲ ਕੁਐਸਚਨ ਨੰਬਰ 5th ਹੈ। 5th ਕੁਐਸਚਨ ਦੇ ਵਿੱਚ ਆਪਾਂ ਨੂੰ ਕੁਛ ਇੱਦਾਂ ਦਾ ਟੇਬਲ ਦਿੱਤਾ ਹੋਇਆ ਗਿਆ, ਤਾਂ ਉਹਦੇ ਲਈ ਆਪਾਂ ਕੀ ਕਰਦੇ ਹੈਗੇ ਆ, ਫੋਲੋਇੰਗ ਟੇਬਲ ਸ਼ੋਜ਼ ਦਾ ਪੁਆਇੰਟਸ ਆਫ ਈਚ ਪਲੇਅਰ ਸਕੋਰਡ ਇਨ 4 ਗੇਮਸ। ਕੋਈ ਏ ਪਲੇਅਰ ਆ, ਬੀ ਪਲੇਅਰ ਆ, ਸੀ ਪਲੇਅਰ ਆ। ਏ ਪਲੇਅਰ ਦੇ ਗੇਮ 1 'ਚੋਂ 14 ਪੁਆਇੰਟਸ ਆਉਂਦੇ ਆ, ਗੇਮ 2 'ਚੋਂ 16, ਗੇਮ 3 'ਚੋਂ 10 ਆ, ਦੈਨ ਗੇਮ 4 'ਚੋਂ 10 ਹੈਗੇ ਆ। ਅਤੇ ਬੀ ਪਲੇਅਰ ਦੇ ਆਉਂਦੇ ਹੈਗੇ ਆ ਗੇਮ 1 'ਚੋਂ 0, ਮਤਲਬ ਉਹਦਾ ਕੋਈ ਸਕੋਰ ਨਹੀਂ ਆਇਆ।
ਸੋ ਸੈਕੰਡ ਗੇਮ 'ਚੋਂ 8 ਆਏ, ਥਰਡ ਗੇਮ 'ਚੋਂ 6, ਦੈਨ ਫੋਰਥ ਗੇਮ 'ਚੋਂ 4 ਮਾਰਕਸ ਆਉਂਦੇ, ਸਕੋਰ ਆਉਂਦੇ ਪਏ ਆ। ਸੀ ਗੇਮ 'ਚੋਂ ਉਹਦੇ 8 ਆਉਂਦੇ ਪਏ ਆ, 2 ਚੋਂ 11, ਤੀਸਰੀ ਗੇਮ ਉਹਨੇ ਪਲੇ ਨਹੀਂ ਕੀਤੀ, ਔਰ ਫੋਰਥ ਗੇਮ ਜਿਹੜੀ ਆ ਉਹਦੇ ਵਿੱਚ 13 ਸਕੋਰ ਆਉਂਦੇ ਆ। ਆਪਾਂ ਨੂੰ ਕਿਹਾ ਗਿਆ ਕਿ ਫਾਈਂਡ ਦਾ ਮੀਨ, ਆਪਾਂ ਨੂੰ ਮੀਨ ਪੁੱਛਿਆ ਗਿਆ, ਫਾਈਂਡ ਦਾ ਮੀਨ ਟੂ ਡਿਟਰਮਿਨ ਏਜ ਐਵਰੇਜ ਨੰਬਰ ਆਫ ਪੁਆਇੰਟ ਸਕੋਰਡ ਪਰ ਗੇਮ। ਤੁਸੀਂ ਜੇ ਆਪਣੀ PDF ਨੂੰ ਧਿਆਨ ਨਾਲ ਦੇਖੋਗੇ ਕਿ ਆਪਾਂ ਕੀਤਾ ਕੀ ਹੈਗਾ ਆ, ਮੈਂ ਉਹਦੇ ਵਿੱਚ ਤੁਹਾਨੂੰ ABC ਤਿੰਨਾਂ ਦੇ ਪਹਿਲਾਂ ਮੀਨ ਕੈਲਕੂਲੇਟ ਕਰਕੇ ਦੇ ਦਿੱਤੇ ਹੋਏ ਆ, ਠੀਕ ਹੈ। ਬਟ ਜੇ ਤੁਸੀਂ ਪਾਰਟਸ ਦੀ ਗੱਲ ਕਰਦੇ ਹੈਗੇ ਆ ਤਾਂ ਤੁਸੀਂ ਵੀ ਇਹਦਾ ਤਿੰਨਾਂ ਦੇ ਮੀਨ ਕੈਲਕੂਲੇਟ ਕਰ ਸਕਦੇ ਹੈਗੇ ਆ, ਤੁਹਾਨੂੰ ਕਰਨਾ ਇਹ ਚੰਗਾ ਰਹੇਗਾ। ਫਿਰ ਤੁਹਾਡੇ ਕੋਲ ਕੁਐਸਚਨ ਜਿਹੜੇ ਤੁਹਾਨੂੰ ਉਹਨਾਂ ਦੇ ਆਨਸਰ ਤੁਹਾਡੇ ਤੁਸੀਂ ਡਾਇਰੈਕਟਲੀ ਦੇ ਸਕਦੇ ਆ। ਆਪਾਂ ਕੀ ਕੀਤਾ, ਆਪਾਂ ਇਹ ਜਿਹੜਾ ਪਲੇਅਰ ਸੀਗਾ ਉਹਦੀ ਮੀਨ ਕੈਲਕੂਲੇਟ ਕਰ ਲਈ, ਫਾਰਮੂਲਾ ਲਗਾ ਕੇ ਸਮ ਆਫ ਆਬਜ਼ਰਵੇਸ਼ਨਸ ਓਵਰ ਟੋਟਲ ਨੰਬਰ ਆਫ ਆਬਜ਼ਰਵੇਸ਼ਨਸ। ਜਦੋਂ ਤੁਸੀਂ ਸਕੋਰਸ ਚੈੱਕ ਕਰਦੇ ਹੈਗੇ ਆ, ਸਪੋਜ਼ ਤੁਸੀਂ ਸਕੋਰ ਚੈੱਕ ਕੀਤੇ, ਤੁਹਾਡੇ ਕੋਲ 14 + 16 + 10 + 10 ਆਪਾਂ ਆਬਜ਼ਰਵੇਸ਼ਨਸ ਨੂੰ ਐਡ ਕਰ ਦਿੱਤਾ, ਔਰ ਆਬਜ਼ਰਵੇਸ਼ਨਸ ਤੁਹਾਡੇ ਕੋਲ 4 ਟਾਈਮਸ ਹੈਗੀਆਂ, ਇਸ ਕਰਕੇ ਆਪਾਂ 4 ਨਾਲ ਡਿਵਾਈਡ ਕਰ ਦਿੱਤਾ। 50/4 ਆਪਣੇ ਕੋਲ ਆ ਗਿਆ 25/2, ਇਟ ਇਜ਼ ਇਕੁਅਲ ਟੂ 12.5। ਆਪਣੇ ਕੋਲ ਏ ਪਲੇਅਰ ਦੀ ਜਿਹੜੀ ਐਵਰੇਜ ਸਕੋਰ ਨਿਕਲੀ 12.5 ਨਿਕਲਿਆ। ਇੱਦਾਂ ਹੀ ਆਪਾਂ ਹੁਣ ਜਦੋਂ ਬੀ ਪਲੇਅਰ ਦੀ ਮੀਨ ਕੈਲਕੂਲੇਟ ਕਰਾਂਗੇ, ਫਿਰ ਫਾਰਮੂਲਾ ਅਪਲਾਈ ਕਰਕੇ ਸਮ ਆਫ ਆਬਜ਼ਰਵੇਸ਼ਨਸ ਓਵਰ ਟੋਟਲ ਨੰਬਰ ਆਫ ਆਬਜ਼ਰਵੇਸ਼ਨਸ, ਆਪਣੇ ਕੋਲ ਆ ਗਿਆ 0 + 8 + 6 + 4/4, ਇਟ ਇਜ਼ ਇਕੁਅਲ ਟੂ 18/4, ਇਟ ਇਜ਼ ਇਕੁਅਲ ਟੂ 9/2, ਇਟ ਇਜ਼ ਇਕੁਅਲ ਟੂ 4.5। ਆਪਾਂ ਬੀ ਪਲੇਅਰ ਦੀ ਵੀ ਐਵਰੇਜ ਕੈਲਕੂਲੇਟ ਕਰ ਲਈ। ਸੀ ਪਲੇਅਰ ਜਿਹੜਾ ਸੀਗਾ, ਸੀ ਪਲੇਅਰ ਦੀ ਫਾਰਮੂਲਾ ਅਗੇਨ ਸੇਮ, ਉਹਦੇ ਵਿੱਚ ਇੱਕ ਪ੍ਰੋਬਲਮ ਇਹ ਹੈਗੀ ਆ ਕਿ ਉਹਨੇ ਤੀਸਰੀ ਗੇਮ ਪਲੇ ਨਹੀਂ ਕੀਤੀ। ਜੇ ਉਹਨੇ ਤੀਸਰੀ ਗੇਮ ਪਲੇ ਨਹੀਂ ਕੀਤੀ ਤਾਂ ਉਹਦੀ ਜਿਹੜੀ ਨੰਬਰ ਆਫ ਆਬਜ਼ਰਵੇਸ਼ਨਸ ਜਿਹੜੀਆਂ ਆ, ਟੋਟਲ ਨੰਬਰ ਆਫ ਆਬਜ਼ਰਵੇਸ਼ਨ 4 ਚੋਂ 3 ਆ ਜਿਹੜੀਆਂ ਹੈਗੀਆਂ, ਤਾਂ ਉਹਦੇ ਲਈ ਆਪਾਂ ਜਦੋਂ ਐਂਟਰੀਜ਼ ਨੂੰ ਐਡ ਕੀਤਾ 8 + 11 + 13/3, ਇਟ ਇਜ਼ ਇਕੁਅਲ ਟੂ 32/3, ਇਟ ਇਜ਼ ਇਕੁਅਲ ਟੂ 10.6। ਆਪਣੇ ਕੋਲ ਉਹਦੀ ਫਿਰ ਐਵਰੇਜ ਜਿਹੜੀ ਘਟ ਜਾਏਗੀ। ਅਤੇ ਫਸਟ ਕੁਐਸਚਨ ਦੇ ਵਿੱਚ ਉਹਨਾਂ ਨੇ ਆਪਾਂ ਨੂੰ ਸਿੰਪਲ ਪੁੱਛਿਆ ਸੀਗਾ ਕਿ ਤੁਸੀਂ ਏ ਦੀ ਮੀਨ ਕੈਲਕੂਲੇਟ ਕਰਨੀ ਆ, ਅਤੇ ਏ ਦੀ ਮੀਨ ਆਪਾਂ ਕੈਲਕੂਲੇਟ ਕਰ ਲਈ, ਉਹ ਆਪਣੇ ਕੋਲ ਆ ਗਈ 12.5। ਦੈਨ ਉਹਨਾਂ ਨੇ ਸੈਕੰਡ ਕੁਐਸਚਨ ਇਹ ਪੁੱਛਣ ਨੂੰ ਕਿਹਾ ਆ, ਟੂ ਫਾਈਂਡ ਦਾ ਮੀਨ ਨੰਬਰ ਆਫ ਪੁਆਇੰਟਸ ਪਰ ਗੇਮ ਫॉर ਸੀ ਵੁੱਡ ਯੂ ਡਿਵਾਈਡ ਦਾ ਟੋਟਲ ਬਾਈ 3 ਔਰ 4 ਵਾਈ। ਕਿ ਤੁਸੀਂ ਸੀ ਦੇ ਲਈ ਤੁਸੀਂ ਮੀਨ ਕੈਲਕੂਲੇਟ ਕਰਨੀ ਹੈਗੀ ਹੈ ਜਦੋਂ, ਤਾਂ ਉਹਦੇ ਵਿੱਚ ਤੁਸੀਂ 3 ਦੇ ਨਾਲ ਡਿਵਾਈਡ ਕਰੋਗੇ ਜਾਂ 4 ਦੇ ਨਾਲ ਡਿਵਾਈਡ ਕਰੋਗੇ, ਤਾਂ ਆਪਾਂ ਉਹਦੇ ਲਈ 3 ਦੇ ਨਾਲ ਡਿਵਾਈਡ ਕਰਾਂਗੇ। ਮੀਨ ਨੰਬਰ ਆਫ ਪੁਆਇੰਟਸ ਪਰ ਗੇਮ ਫॉर ਸੀ ਯੂ ਹੈਵ ਟੂ ਡਿਵਾਈਡ ਦਾ ਟੋਟਲ ਬਾਈ 3 ਬਿਕੋਜ਼ ਹੀ ਡਿਡ ਨਾਟ ਪਲੇ ਗੇਮ 3। ਉਹਨੇ ਥਰਡ ਗੇਮ ਪਲੇ ਨਹੀਂ ਕੀਤੀ, ਇਸ ਕਰਕੇ ਉਹਦੀ ਜਿਹੜੀ ਨੰਬਰ ਆਫ ਆਬਜ਼ਰਵੇਸ਼ਨਸ 4 ਤੋਂ 3 ਆ ਗਈਆਂ, ਇਸ ਕਰਕੇ ਆਪਾਂ 3 ਨਾਲ ਡਿਵਾਈਡ ਕਰਾਂਗੇ। ਥਰਡ ਕੁਐਸਚਨ 'ਚ ਉਹਨਾਂ ਨੇ ਕਿਹਾ ਆ ਕਿ ਤੁਸੀਂ ਬੀ ਪਲੇਅਰ ਦਾ ਮੀਨ ਕਿੱਦਾਂ ਕੈਲਕੂਲੇਟ ਕਰੋਗੇ, ਤਾਂ ਉਹਦਾ ਮੀਨ ਕੈਲਕੂਲੇਟ ਆਪਾਂ ਕਰਕੇ ਦਿਖਾ ਦਿੱਤਾ। ਚਾਹੇ 0 ਸੀਗਾ ਬਟ ਉਹ ਐਂਟਰੀ ਤਾਂ ਆਊਗੀ, ਉਹਦੀ ਕਾਊਂਟ ਹੋਣੀ ਆ, 4 ਹੋ ਗਈਆਂ, ਸੋ ਇਸ ਕਰਕੇ ਆਪਾਂ ਇਹਨਾਂ ਨੂੰ ਐਡ ਕੀਤਾ। ਆਪਣੇ ਕੋਲ ਇਹਦਾ ਮੀਨ ਕਿੰਨਾ ਆ ਗਿਆ, 4.5 ਆ ਗਿਆ। ਫਿਰ ਆਪਣੇ ਕੋਲ ਲਾਸਟ 'ਚ ਇਹ ਪੁੱਛਿਆ ਗਿਆ ਹੂ ਇਜ਼ ਦਾ ਬੈਸਟ ਪਰਫੋਰਮਰ, ਅਤੇ ਸਭ ਤੋਂ ਜ਼ਿਆਦਾ ਐਵਰੇਜ ਕਿਹਦੀ ਚੰਗੀ ਹੈਗੀ ਆ, 12.5, 4.5, 10.6, ਤਾਂ ਸਭ ਤੋਂ ਜ਼ਿਆਦਾ ਐਵਰੇਜ ਹੈਗੀ 12.5। ਉਹ ਪਲੇਅਰ ਕਿਹੜਾ ਹੈਗਾ, ਏ, ਸੋ ਇਸ ਕਰਕੇ ਇਹਦਾ ਆਂਸਰ ਆ ਗਿਆ ਏ। ਨੈਕਸਟ ਕੁਐਸਚਨ ਨੰਬਰ 6 ਹੈਗਾ ਆ, ਦ ਮਾਰਕਸ ਆਊਟ ਆਫ 100 ਓਬਟੇਨਡ ਬਾਈ ਅ ਗਰੁੱਪ ਆਫ ਸਟੂਡੈਂਟਸ ਇਨ ਅ ਸਾਇੰਸ ਟੈਸਟ ਆਰ ਐਜ਼ ਫੋਲੋਜ਼। ਤਾਂ ਉਹਦੇ ਵਿੱਚ ਵੀ ਆਪਾਂ ਨੂੰ ਜੋ ਡੇਟਾ ਦਿੱਤਾ ਗਿਆ ਆ, ਆਪਾਂ ਉਹਨੂੰ ਡੇਟਾ ਨੂੰ ਪਹਿਲਾਂ ਅਸੈਂਡਿੰਗ ਆਰਡਰ ਦੇ ਵਿੱਚ ਲਿਖਿਆ, 39, 48, 56, 75, 76, 81, 85, 85, 90 ਅਤੇ 95। ਹੁਣ ਆਪਾਂ ਨੂੰ ਪੁੱਛਿਆ ਇਹ ਆ ਫਸਟ ਪਾਰਟ 'ਚ ਕਿ ਹਾਈਐਸਟ ਮਾਰਕਸ ਕਿੰਨੇ ਆ, ਹਾਈਐਸਟ ਮਾਰਕਸ 95 ਆ, ਲੋਐਸਟ ਮਾਰਕਸ ਕਿੰਨੇ ਆ, ਲੋਐਸਟ ਮਾਰਕਸ 39 ਆ। ਰੇਂਜ ਕੈਲਕੂਲੇਟ ਕਰਨ ਲਈ ਕਿਹਾ ਹਾਈਐਸਟ ਆਬਜ਼ਰਵੇਸ਼ਨ ਮਾਈਨਸ ਲੋਐਸਟ ਆਬਜ਼ਰਵੇਸ਼ਨ ਕਰ ਦਿੱਤੀ ਆਪਾਂ, ਜਦੋਂ ਮਾਈਨਸ ਕੀਤਾ ਤਾਂ ਆਪਣੇ ਕੋਲ ਰੇਂਜ 56 ਆ ਗਈ। ਜਦੋਂ ਆਪਾਂ ਮੀਨ ਕੈਲਕੂਲੇਟ ਕਰਾਂਗੇ ਸਮ ਆਫ ਆਬਜ਼ਰਵੇਸ਼ਨਸ ਓਵਰ ਟੋਟਲ ਨੰਬਰ ਆਫ ਆਬਜ਼ਰਵੇਸ਼ਨਸ, ਆਪਾਂ ਇਹਨਾਂ ਨੂੰ ਐਡ ਕਰ ਦਿੱਤਾ, ਡਿਵਾਈਡ ਬਾਈ 10, 730/10 ਆਪਣੇ ਕੋਲ ਮੀਨ ਨਿਕਲ ਕੇ ਆ ਗਿਆ 73। ਨੈਕਸਟ ਕੁਐਸਚਨ ਨੰਬਰ 7 ਅਗੇਨ ਈਜ਼ੀ ਹੈਗਾ, ਸੇਮ ਹੈ। ਰੇਂਜ ਆਪਾਂ ਕਰ ਦਿੱਤਾ ਡੇਟਾ ਨੂੰ ਅਸੈਂਡਿੰਗ ਆਰਡਰ ਦੇ ਵਿੱਚ, ਉਹਦੇ ਵਿੱਚ ਆਪਾਂ ਨੂੰ ਅਨਰੋਲਮੈਂਟ ਇਨ ਸਕੂਲ ਡਿਊਰਿੰਗ 6 ਕੰਜ਼ੈਕਟਿਵ ਈਅਰਸ ਐਜ਼ ਫੋਲੋਜ਼ ਦਿੱਤੀ ਗਈ ਆ। ਆਪਾਂ ਪਹਿਲਾਂ ਡੇਟਾ ਨੂੰ ਅਸੈਂਡਿੰਗ ਆਰਡਰ 'ਚ ਅਰੇਂਜ ਕਰ ਰਹੇ ਹੈਗੇ ਆ। ਓਕੇ, ਇਸ ਕੁਐਸਚਨ 'ਚ ਨਾ ਤੁਹਾਨੂੰ ਡੇਟਾ ਅਸੈਂਡਿੰਗ ਆਰਡਰ 'ਚ ਅਰੇਂਜਡ ਮਿਲਿਆ ਹੋਇਆ ਆ, ਸੋ ਤੁਸੀਂ ਵੀ ਇੱਕ ਵਾਰੀ ਕ੍ਰੋਸ ਚੈੱਕ ਕਰ ਸਕਦੇ ਆ। 1555, 1670, 1750, 2013, 2540, 2820, ਇਟ ਇਜ਼ ਆਲਰੇਡੀ ਇਨ ਅਸੈਂਡਿੰਗ ਆਰਡਰ। ਸੋ ਇਹ ਹੈਗੇ ਕਿੰਨੇ ਆ, 1 2 3 4 5 6, ਸਟੇਟਮੈਂਟ 'ਚ ਵੀ 6 ਲਿਖਿਆ ਆ, ਕਾਊਂਟ ਵੀ ਕਰ ਸਕਦੇ ਤੁਸੀਂ ਐਂਟਰੀਜ਼। ਜਦੋਂ ਆਪਾਂ ਮੀਨ ਕੈਲਕੂਲੇਟ ਕਰਨੀ ਹੈ ਅਗੇਨ ਆਪਾਂ ਫਾਰਮੂਲਾ ਅਪਲਾਈ ਕਰਾਂਗੇ, ਫਿਰ ਜਿਹੜੀਆਂ ਐਂਟਰੀਜ਼ ਇਹਨਾਂ ਵਿੱਚ ਪਲੱਸ ਦਾ ਸਾਈਨ ਪਾ ਕੇ ਆਪਾਂ ਲਿਖਾਂਗੇ, ਡਿਵਾਈਡ ਆਪਾਂ 6 ਨਾਲ ਕਰਾਂਗੇ, ਐਡ ਕੀਤਾ 1 2 3 4 8/6। ਆਪਾਂ ਡਿਵੀਜ਼ਨ ਵੀ ਇਹਨੂੰ ਕੈਲਕੂਲੇਟ ਕਰਕੇ ਦਿਖਾਈ ਹੈਗੀ ਆ ਰਫ ਕੰਮ ਦੇ ਵਿੱਚ, ਤਾਂ ਕਿ ਤੁਹਾਡਾ ਹਿੰਟ ਥੋੜਾ ਹੋਰ ਤੁਹਾਨੂੰ ਮਿਲ ਸਕੇ ਔਰ ਡਿਵੀਜ਼ਨ ਤੁਹਾਡੀ ਸਹੀ ਹੋਵੇ। 6 2 ਜਾਂ 12 ਹੋ ਗਿਆ। ਨੈਕਸਟ ਤੁਹਾਡੇ ਕੋਲ 3 ਆ ਗਿਆ, ਜਦੋਂ ਅੰਦਰ ਰਕਮ ਛੋਟੀ ਹੋਵੇ ਬਾਹਰ ਰਕਮ ਵੱਡੀ ਹੋਵੇ, ਅੱਗੇ ਆਪਣੇ ਕੋਲ ਡਿਜਿਟਸ ਪਏ ਹੋਣ ਤਾਂ 0 ਲਗਾਈ ਦੀ ਹੁੰਦੀ ਆ। ਨੈਕਸਟ ਤੁਹਾਡੇ ਕੋਲ 4 ਆ ਗਿਆ, 6 5 ਜਾਂ 30 ਆ ਗਿਆ, 4 ਨੀਚੇ ਆ ਗਿਆ, 8 ਥੱਲੇ ਆ ਗਿਆ, 6 8 ਜਾਂ 48 ਆ ਗਿਆ। ਤੁਹਾਡੇ ਕੋਲ ਉਹਦੀ ਮੀਨ ਕਿੰਨੀ ਨਿਕਲ ਆਈ, 2058 ਨਿਕਲ ਕੇ ਆ ਗਈ। ਨੈਕਸਟ ਕੁਐਸਚਨ ਨੰਬਰ 8 ਹੈ, ਰੇਨਫਾਲ ਆਪਾਂ ਨੂੰ ਦਿੱਤੀ ਹੋਈ ਹੈ ਇਨ 8th ਕੁਐਸਚਨ ਦੇ ਵਿੱਚ, in millimeter in a city on 7 days of a certain week was recorded as follows।
ਕਿ ਆ ਆਪਾਂ ਨੂੰ ਰੇਨਫਾਲ ਦਿੱਤੀ ਆ, ਰੇਨਫਾਲ ਨੂੰ ਵੀ ਆਪਾਂ ਕੀ ਕਰਦੇ ਹੈਗੇ ਆ, ਕਿਉਂਕਿ ਉਹਨਾਂ ਨੇ ਰੇਂਜ ਮੀਨ ਪੁੱਛੀ ਆ ਤਾਂ ਆਪਾਂ ਨੂੰ ਅਸੈਂਡਿੰਗ ਆਰਡਰ 'ਚ ਡੇਟਾ ਨੂੰ ਅਰੇਂਜ ਕਰਨ ਦੀ ਜ਼ਰੂਰਤ ਹੈ। ਪਹਿਲਾਂ 0.0 ਆ ਗਿਆ, 0.0, 1.0, 2.1, 5.1, 12.2, 20.5। ਆਪਾਂ ਪਹਿਲੇ ਪਾਰਟ 'ਚ ਰੇਂਜ ਕੈਲਕੂਲੇਟ ਕਰਨੀ ਆ। ਫਾਰਮੂਲਾ ਉਹਦਾ ਲਈ ਹੈ ਹਾਈਐਸਟ ਆਬਜ਼ਰਵੇਸ਼ਨ ਮਾਈਨਸ ਲੋਐਸਟ ਆਬਜ਼ਰਵੇਸ਼ਨ। ਹਾਈਐਸਟ ਆਬਜ਼ਰਵੇਸ਼ਨ ਤੁਹਾਡੇ ਕੋਲ 20.5 ਆ ਗਈ, ਲੋਐਸਟ ਆਬਜ਼ਰਵੇਸ਼ਨ 0.0 ਆ ਗਈ, ਤਾਂ ਤੁਹਾਡੇ ਕੋਲ ਰੇਂਜ 20.5 ਆ ਗਈ। ਸੈਕਿੰਡ ਪਾਰਟ 'ਚ ਤੁਹਾਨੂੰ ਮੀਨ ਕੈਲਕੂਲੇਟ ਕਰਨ ਲਈ ਕਿਹਾ ਆ। ਸਮ ਆਫ ਆਬਜ਼ਰਵੇਸ਼ਨਸ ਓਵਰ ਟੋਟਲ ਨੰਬਰ ਆਫ ਆਬਜ਼ਰਵੇਸ਼ਨਸ, ਆਪਾਂ ਸਾਰੀਆਂ ਐਂਟਰੀਜ਼ ਵਿੱਚ ਪਲੱਸ ਦਾ ਸਾਈਨ ਪਾ ਕੇ ਡਿਵਾਈਡ ਕਰ ਦਿੱਤਾ। 7 ਐਂਟਰੀਜ਼ ਹੈਗੀਆਂ, ਜਦੋਂ ਆਪਾਂ 41.3 ਨੂੰ 7 ਨਾਲ ਡਿਵਾਈਡ ਕਰਾਂਗੇ ਤਾਂ 5.9 ਤੁਹਾਡਾ ਫਾਈਨਲ ਆਨਸਰ ਆਏਗਾ। ਡਿਵੀਜ਼ਨ ਤੁਸੀਂ ਕੈਲਕੂਲੇਟ ਆਪ ਕਰਨੀ ਹੈਗੀ ਆ। ਤੇ ਫਿਰ ਤੁਹਾਡੇ ਕੋਲ ਥਰਡ ਕੁਐਸਚਨ ਇਹ ਪੁੱਛਿਆ ਗਿਆ ਹੈ ਕਿ ਇਨ ਔਨ ਹਾਊ ਮੈਨੀ ਡੇਜ਼ ਵਾਜ਼ ਦਾ ਰੇਨਫਾਲ ਲੈਸ ਦੈਨ ਦਾ ਮੀਨਫਾਲ, ਕਿ ਕਿੰਨੇ ਦਿਨ ਇੱਦਾਂ ਦੇ ਸੀਗੇ ਕਿ ਜਦੋਂ ਰੇਨਫਾਲ ਜਿਹੜੀ ਸੀਗੀ ਉਹ ਮੀਨ ਰੇਨਫਾਲ ਤੋਂ ਘੱਟ ਸੀਗੀ। ਤੇ ਜਦੋਂ ਤੁਸੀਂ ਦਿਨ ਕੈਲਕੂਲੇਟ ਕਰੋਗੇ ਤੁਹਾਡੇ 5 ਡੇਜ਼ ਆਉਣਗੇ, ਕਿਉਂਕਿ ਮੀਨ ਤੁਹਾਡਾ 5.9 ਆਇਆ। ਔਰ ਜੇ ਤੁਸੀਂ ਟੇਬਲ ਨੂੰ ਧਿਆਨ ਨਾਲ ਦੇਖੋ ਮੰਡੇ 0.0 ਆ, ਵੈਡਨਸਡੇ 2.21 ਆ, ਦੈਨ ਥਰਸਡੇ 0.0 ਆ, ਅਤੇ ਸੈਟਰਡੇ ਤੁਹਾਡੀ 5.5 ਆ, ਔਰ ਸੰਡੇ ਤੁਹਾਡੀ 1.0। ਸੋ 5 ਡੇਜ਼ ਇਹ ਹੋ ਗਏ, ਕਿਉਂਕਿ ਆਪਣੇ ਕੋਲ ਮੀਨ 5.9 ਸੀਗਾ, ਸੈਟਰਡੇ 5.5 ਆ। ਸੋ ਇਹ ਵੀ ਆਪਾਂ ਕੈਲਕੂਲੇਟ ਕਰ ਲਾਂਗੇ। ਸੋ ਆਪਣੇ ਕੋਲ 5 ਡੇਜ਼ ਨਿਕਲ ਕੇ ਆ ਗਿਆ। ਨੈਕਸਟ ਕੁਐਸਚਨ ਵਿਚ ਇਜ਼ ਦ ਲਾਸਟ ਕੁਐਸਚਨ ਇਜ਼ the height of 10 girls were measured in centimeter and the results are as follows। ਆਪਾਂ ਨੂੰ ਅਗੇਨ ਡੇਟਾ ਦੇ ਦਿੱਤਾ ਗਿਆ ਆ। ਹੁਣ ਤੁਹਾਨੂੰ ਸਾਰਾ ਇਹ ਸਮਝ ਆ ਜਾਣਾ ਚਾਹੀਦਾ ਹੈਗਾ ਕਿ ਫਸਟ ਆਫ ਆਲ ਜਿਹੜਾ ਕਿ ਅਨਆਰਗੇਨਾਈਜ਼ਡ ਡੇਟਾ ਹੁੰਦਾ ਆ ਉਹਨੂੰ ਆਪਾਂ ਆਰਗੇਨਾਈਜੇਸ਼ਨ 'ਚ ਲੈ ਕੇ ਆਉਣਾ ਹੈਗਾ, ਮਤਲਬ ਅਸੈਂਡਿੰਗ ਆਰਡਰ 'ਚ ਲੈ ਕੇ ਆਉਣਾ ਹੈ। ਤਾਂ ਉਹਦੇ ਲਈ ਆਪਾਂ ਇਹਨੂੰ ਅਸੈਂਡਿੰਗ ਆਰਡਰ 'ਚ ਲੈ ਕੇ ਆਉਂਦੇ ਹਾਂ। 128, 132, 135, 139, 141, 43, 146, 149, 150, 151। ਅਗੇਨ ਆਪਾਂ ਹਾਈਟ ਟੋਲੈਸਟ ਗਰਲ ਦੀ ਦੱਸੀ 151 ਆ ਗਈ, ਹਾਈਟ ਸ਼ਾਰਟੈਸਟ ਗਰਲ ਦੀ ਦੱਸੀ 128 ਆ ਗਈ। ਰੇਂਜ ਆਪਾਂ ਦੱਸ ਰਹੇ ਹਾਂ ਹਾਈਐਸਟ ਆਬਜ਼ਰਵੇਸ਼ਨ ਮਾਈਨਸ ਲੋਐਸਟ ਆਬਜ਼ਰਵੇਸ਼ਨ 151 ਮਾਈਨਸ 128 ਇਜ਼ ਇਕੁਅਲ ਟੂ 23। ਤਾਂ ਇਹ ਆਪਣੇ ਕੋਲ ਰੇਂਜ ਨਿਕਲ ਕੇ ਆ ਗਈ। ਮੀਨ ਆਪਾਂ ਕੈਲਕੂਲੇਟ ਕੀਤਾ ਸਮ ਆਫ ਆਬਜ਼ਰਵੇਸ਼ਨਸ ਓਵਰ ਟੋਟਲ ਨੰਬਰ ਆਫ ਆਬਜ਼ਰਵੇਸ਼ਨਸ। ਇਹ ਆਪਣੇ ਕੋਲ ਜਦੋਂ ਐਂਟਰੀਜ਼ ਨੂੰ ਆਪਾਂ ਪਲੱਸ ਪਾ ਕੇ ਲਿਖ ਦਿੱਤਾ, ਡਿਵਾਈਡ ਕਰ ਦਿੱਤਾ ਕਿ ਐਂਟਰੀਜ਼ ਹੈਗੀਆਂ ਕਿੰਨੀਆਂ। ਐਂਟਰੀਜ਼ ਤੁਸੀਂ ਚੈੱਕ ਕਰ ਲਓਗੇ ਤਾਂ 10 ਐਂਟਰੀਜ਼ ਹੋਣਗੀਆਂ, ਅਤੇ 1414 ਓਵਰ 10 ਔਰ ਡੈਸੀਮਲ ਲਗਾਇਆ 141.4 ਆਪਣੇ ਕੋਲ ਆ ਗਿਆ ਮੀਨ। ਫਿਰ ਆਪਾਂ ਨੂੰ ਫਿਫਥ ਕੁਐਸਚਨ ਵਿੱਚ ਪੁੱਛਿਆ ਗਿਆ ਹੈਗਾ ਆ ਕਿ ਕਿੰਨੀਆਂ ਨੰਬਰ ਆਫ ਗਰਲਸ ਹੈਗੀਆਂ ਆ ਜਿਨ੍ਹਾਂ ਦੇ ਲਈ ਕਿ ਨੰਬਰ ਆਫ ਗਰਲਸ ਹਾਊ ਮੈਨੀ ਗਰਲਸ ਹੈਵ ਹਾਈਟ ਮੋਰ ਦੈਨ ਮੀਨ ਹਾਈਟ, ਕਿ ਕਿੰਨੀਆਂ ਗਰਲਸ ਹੈਗੀਆਂ ਜਿਨ੍ਹਾਂ ਦੀ ਹਾਈਟ ਮੀਨ ਹਾਈਟ ਤੋਂ ਜ਼ਿਆਦਾ ਆ। ਤਾਂ ਜਦੋਂ ਆਪਾਂ ਚੈੱਕ ਕਰਾਂਗੇ ਤਾਂ ਆਪਣੇ ਕੋਲ 5 ਗਰਲਸ ਇੱਦਾਂ ਦੀਆਂ ਆਊਗੀਆਂ ਜਿਨ੍ਹਾਂ ਦੀ ਹਾਈਟ ਮੀਨ ਹਾਈਟ ਤੋਂ ਜ਼ਿਆਦਾ ਹੋਏਗੀ। 141.4 ਜਿਹੜਾ ਆ ਮੀਨ ਹਾਈਟ ਹੈਗੀ ਆ। 141 ਇਹ ਆਪਾਂ ਇਹਨੂੰ ਕਾਊਂਟ ਨਹੀਂ ਕਰਾਂਗੇ। 143 ਹੋ ਗਿਆ, 46, 49, 50, 51। 1 2 3 4 5 ਗਰਲਸ ਆ ਜਿਨ੍ਹਾਂ ਦੀ ਹਾਈਟ ਮੀਨ ਹਾਈਟ ਤੋਂ ਜ਼ਿਆਦਾ ਆ।